ਹੈਲੋ ਨਰਸਿੰਗ ਆਫਿਸਰਸ, ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬ ਨਰਸਿੰਗ ਆਫਿਸਰਸ। ਜਿਵੇਂ ਕਿ ਆਪਾਂ ਆਪਣੀ ਪ੍ਰੀਵੀਅਸ ਵੀਡੀਓ ਜਿਸ ਵਿੱਚ ਬਾਬਾ ਫਰੀਦਕੋਟ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦਾ ਕੁਐਸਚਨ ਪੇਪਰ ਡਿਸਕਸ ਕਰ ਰਹੇ ਸੀ, ਜਿਸ ਦੇ 9 ਪਾਰਟਸ ਅਸੀਂ ਡਿਸਕਸ ਕਰ ਚੁੱਕੇ ਹਾਂ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਰਿਮੇਨਿੰਗ ਕੁਐਸਚਨ ਡਿਸਕਸ ਕਰਾਂਗੇ। ਸੋ ਚੱਲਦੇ ਹਾਂ ਆਪਾਂ ਫਰਸਟ ਕੁਐਸਚਨ ਦੇ ਨਾਲ। ਦ ਨਰਸ ਇਜ਼ ਕੇਅਰਿੰਗ ਫॉर ਅ ਨਿਊਬੋਰਨ ਵਿਦ ਨਿਊਰਲ ਟਿਊਬ ਡਿਫੈਕਟ। ਦ ਬੈਸਟ ਕਵਰਿੰਗ ਫॉर ਲੀਜ਼ਨ ਇਜ਼ ਆਪਸ਼ਨ A moist sterile non adherent dressing, option B dry sterile dressing, option C telfa dressing with antibiotic ointment, option D sterile occlusive pressure dressing। क्वेश्चन ਵਿੱਚ ਕੀ ਪੁੱਛਿਆ ਗਿਆ ਸਾਨੂੰ? ਨਿਊਰਲ ਟਿਊਬ ਡਿਫੈਕਟ ਦਾ ਬੇਬੀ ਹੈ ਤੇ ਉਸ ਦਾ ਅਸੀਂ ਜੋ ਲੀਜ਼ਨ ਹੈ ਉਸ ਨੂੰ ਕਿਵੇਂ ਕਵਰ ਕਰਾਂਗੇ। ਸੋ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਨਿਊਰਲ ਟਿਊਬ ਡਿਫੈਕਟ ਹੈ ਕੀ ਹੈ। ਨਿਊਰਲ ਟਿਊਬ ਡਿਫੈਕਟ ਹੈ ਮਾਲਫਾਰਮੇਸ਼ਨ ਆਫ ਸਪਾਈਨ, ਜਿਸ ਦੇ ਕਾਰਨ ਕੀ ਹੁੰਦਾ ਹੈ ਜੋ ਪੋਸਟੀਰੀਅਰ ਪੋਰਸ਼ਨ ਹੈ ਵਰਟੀਬਰਾ ਦਾ ਲੈਮੀਨਾ ਬੋਲਦੇ ਹਾਂ ਜਿਸਨੂੰ, ਉਹ ਕਲੋਜ਼ ਨਹੀਂ ਹੁੰਦਾ, ਠੀਕ ਹੈ, ਫੇਲਸ ਟੂ ਕਲੋਜ਼, ਜਿਸ ਦੇ ਕਰਕੇ ਲੰਬੋਸੇਕਰਲ ਰੀਜਨ ਵਿੱਚੋਂ ਮੈਨਿੰਜਿਸ ਜਾਂ ਸਪਾਈਨਲ ਕੋਡ ਇੱਕ ਸੈਕ ਦੇ ਟਾਈਪ ਦੇ ਵਿੱਚ ਬਾਹਰ ਆਉਂਦੇ ਨੇ, ਜਿਸ ਦੇ ਕਾਰਨ ਜੋ ਬੇਬੀ ਹੈ ਉਸਨੂੰ ਇਨਫੈਕਸ਼ਨ ਦੇ, ਜੋ ਸੈਕ ਹੈ ਉਸਨੂੰ ਇਨਫੈਕਸ਼ਨ ਦੇ ਚਾਂਸਸ ਹੁੰਦੇ ਨੇ। ਸੋ ਇਸ ਦੀਆਂ ਟਾਈਪ ਹੁੰਦੀਆਂ ਨੇ। ਨਿਊਰਲ ਟਿਊਬ ਡਿਫੈਕਟ ਦੋ ਟਾਈਪ ਦਾ ਹੁੰਦਾ ਹੈ, ਇੱਕ ਹੁੰਦਾ ਸਪਾਈਨਾ ਬਾਈਫਿਡਾ ਓਕਲਟਾ, ਇੱਕ ਹੁੰਦਾ ਸਪਾਈਨਾ ਬਾਈਫਿਡਾ ਸਿਸਟਿਕਾ। ਜੋ ਓਕਲਟਾ ਹੈ ਉਸ ਵਿੱਚ ਕੀ ਹੁੰਦਾ ਹੈ, ਸਿਰਫ ਜੋ ਵਰਟੀਬਰਲ ਕੋਲਮ ਹੈ ਉਸ ਵਿੱਚ ਡਿਫੈਕਟ ਹੁੰਦਾ ਹੈ, ਮੀਨਸ ਕਿ ਜੋ ਸਪਾਈਨਲ ਕੋਡ ਤੇ ਮੈਨਿੰਜਸ ਉਸ ਵਿੱਚ ਇਨਵੋਲਵ ਨਹੀਂ ਹੁੰਦੀਆਂ, ਠੀਕ ਹੈ, ਸਿਰਫ ਵਰਟੀਬਰਲ ਕੋਲਮ ਹੈ ਜਿਹੜੀ ਉਹ ਪ੍ਰੋਪਰਲੀ ਕਲੋਜ਼ ਨਹੀਂ ਹੁੰਦੀ। ਨੈਕਸਟ ਕੀ ਹੈ ਕਿ ਸਪਾਈਨਾ ਬਾਈਫਿਡਾ ਸਿਸਟਿਕਾ, ਉਸ ਦੇ ਵਿੱਚ ਵੀ ਫਰਦਰ ਦੋ ਟਾਈਪਸ ਨੇ, ਇੱਕ ਮੈਨਿੰਜੋਸੀਲ ਹੁੰਦੀ ਹੈ, ਇੱਕ ਮੈਨਿੰਜੋਮਾਇਓਸੀਲ। ਮੈਨਿੰਜੋਸੀਲ ਚ ਕੀ ਹੁੰਦਾ ਹੈ ਕਿ ਸਿਰਫ ਮੈਨਿੰਜਸ ਇਨਵੋਲਵ ਹੁੰਦੀਆਂ ਨੇ, ਤੇ ਜਿਹੜਾ ਮੈਨਿੰਜੋਮਾਇਓਸੀਲ ਹੈ ਉਸ ਦੇ ਵਿੱਚ ਮੈਨਿੰਜਸ, ਸਪਾਈਨਲ ਕੋਡ, ਠੀਕ ਹੈ, ਤੇ ਜੋ ਸਪਾਈਨਲ ਨਰਵਸ ਹੈ ਉਹ ਵੀ ਇਨਵੋਲਵ ਹੁੰਦੀਆਂ ਨੇ। ਸੋ ਇਸ ਵਿੱਚ ਜਿਹੜੇ ਮੋਸਟ ਕਾਮਨ ਸਾਈਟ ਕਿਹੜੀ ਹੁੰਦੀ ਹੈ, ਇਹ ਲੰਬੋਸੇਕਰਲ ਰੀਜਨ ਤੇ ਹੁੰਦੀ ਹੈ। ਵੀ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਹੈ, ਨਿਊਰਲ ਟਿਊਬ ਡਿਫੈਕਟ ਦੀ ਮੋਸਟ ਕਾਮਨ ਸਾਈਟ ਕਿਹੜੀ ਹੈ? ਲੰਬੋਸੇਕਰਲ ਰੀਜਨ। ਸੋ ਵੈਸੇ ਨਿਊਰਲ ਟਿਊਬ ਡਿਫੈਕਟ ਹੁੰਦਾ ਕਿਉਂ ਹੈ? ਕਿਸ ਵਿਟਾਮਿਨ ਦੀ ਡੈਫੀਸ਼ੀਐਂਸੀ ਦੇ ਨਾਲ ਹੁੰਦਾ ਹੈ? ਜਦੋਂ ਮਦਰ ਪ੍ਰੈਗਨੈਂਸੀ ਵਿੱਚ ਫੋਲਿਕ ਐਸਿਡ ਨਹੀਂ ਲੈਂਦੀ ਹੈ। ਫੋਲਿਕ ਐਸਿਡ ਦੀ ਡੋਜ਼ ਵੀ ਤੁਹਾਨੂੰ ਐਗਜ਼ਾਮੀਨਰ ਪੁੱਛ ਸਕਦਾ ਹੈ, 400 ਮਾਈਕਰੋਗ੍ਰਾਮ ਦੇਣੀ ਹੁੰਦੀ ਹੈ ਤੇ ਇਹ 1 ਮਹੀਨਾ ਪਹਿਲੇ ਸਟਾਰਟ ਕਰਨੀ ਹੁੰਦੀ ਹੈ ਬਿਫੋਰ ਕਨਸੈਪਸ਼ਨ। ਸੋ 1 ਮਹੀਨਾ ਪਹਿਲੇ ਸਟਾਰਟ ਕਰਨੀ ਹੁੰਦੀ ਹੈ 400 ਮਾਈਕਰੋਗ੍ਰਾਮ। ਇਸ ਨਾਲ ਇਹ ਨਿਊਰਲ ਟਿਊਬ ਡਿਫੈਕਟ ਪ੍ਰੀਵੈਂਟ ਕੀਤਾ ਜਾ ਸਕਦਾ ਹੈ। ਸੋ ਜਦੋਂ ਬੇਬੀ ਨੂੰ ਨਿਊਰਲ ਟਿਊਬ ਡਿਫੈਕਟ ਹੋ ਗਿਆ ਤਾਂ ਉਦੋਂ ਜਿਹੜਾ ਉਹ ਲੀਜ਼ਨ ਹੈ ਉਸ ਨੂੰ ਆਪਾਂ ਕਿਸ ਚੀਜ਼ ਨਾਲ ਕਵਰ ਕਰਨਾ ਹੁੰਦਾ ਹੈ? ਇਸ ਦਾ ਰਾਈਟ ਆਨਸਰ ਹੈ ਆਪਸ਼ਨ A, ਆਪਾਂ ਮੋਇਸਟ ਸਟਰਾਈਲ ਨੋਨ ਐਡਹੈਰੈਂਟ ਡਰੈਸਿੰਗ ਯੂਜ਼ ਕਰਦੇ ਹਾਂ ਤਾਂ ਕਿ ਉਹ ਚਿਪਕੇ ਨਾ ਤੇ ਬੇਬੀ ਨੂੰ ਇਨਫੈਕਸ਼ਨ ਨਾ ਹੋਏ। ਸਟਰਾਈਲ ਯੂਜ਼ ਕਰਦੇ ਹਾਂ। ਨਾਰਮਲੀ ਜੋ ਸਟਰਾਈਲ ਨਾਰਮਲ ਸਲਾਈਨ ਹੈ ਉਹ ਵਾਲਾ ਗੋਜ਼ ਆਪਾਂ ਯੂਜ਼ ਕਰਦੇ ਹਾਂ। ਤੇ ਇਹਨਾਂ ਵਿੱਚੋਂ ਜਿਹੜੀ ਬਾਕੀ ਆਪਸ਼ਨ ਹੈ ਡਰਾਈ ਡਰੈਸਿੰਗ ਨਹੀਂ ਕਰਦੇ, ਜਿਵੇਂ ਕਿ B ਆਪਸ਼ਨ ਹੈ, ਠੀਕ ਹੈ, ਇਹ ਰੋਂਗ ਹੈ। ਟੈਲਫਾ ਡਰੈਸਿੰਗ ਵਿਦ ਐਂਟੀਬਾਇਓਟਿਕ ਆਇੰਟਮੈਂਟ, ਇਹ ਵੀ ਆਪਾਂ ਨਹੀਂ ਕਰਦੇ ਹਾਂ। ਤੇ ਜਿਹੜੀ ਓਕਲੂਸਿਵ ਪ੍ਰੈਸ਼ਰ ਡਰੈਸਿੰਗ ਹੈ ਉਹ ਆਪਾਂ ਨਹੀਂ ਕਰਦੇ ਕਿਉਂਕਿ ਰਪਚਰ ਦੇ ਚਾਂਸਸ ਹੁੰਦੇ ਆ। ਤੇ ਇਸ ਵਿੱਚ ਇੱਕ ਹੋਰ ਕੁਐਸਚਨ ਪੁੱਛਦਾ ਹੈ ਐਗਜ਼ਾਮੀਨਰ ਕਈ ਵਾਰ ਕਿ ਨਿਊਰਲ ਟਿਊਬ ਡਿਫੈਕਟ ਹੈ ਬੇਬੀ ਨੂੰ, ਤਾਂ ਆਪਾਂ ਕਿਹੜੀ ਪੋਜੀਸ਼ਨ ਦੇਣੀ ਆ ਬੇਬੀ ਨੂੰ? ਆਪਾਂ ਮੋਸਟਲੀ ਪ੍ਰੋਨ ਪੋਜੀਸ਼ਨ ਦਿੰਦੇ ਆ ਤਾਂ ਕਿ ਜੋ ਲੀਜ਼ਨ ਹੈ ਉਹ ਉਸਨੂੰ ਇਨਫੈਕਸ਼ਨ ਨਾ ਹੋਏ ਤੇ ਉਹ ਰਪਚਰ ਨਾ ਹੋਏ। ਤੇ ਕਈ ਵਾਰ ਐਗਜ਼ਾਮੀਨਰ ਪੁੱਛ ਲੈਂਦਾ ਹੈ ਕਿ ਜੋ ਡਰੈਸਿੰਗ ਹੈ ਉਸਨੂੰ ਆਪਾਂ ਕਿੰਨੇ ਟਾਈਮ ਬਾਅਦ ਚੇਂਜ ਕਰਨਾ ਹੁੰਦਾ ਹੈ। ਜੋ ਉਹ ਡਰੈਸਿੰਗ ਹੈ ਉਸਨੂੰ ਆਪਾਂ 2 to 4 ਆਵਰਸ ਦੇ ਬਾਅਦ ਚੇਂਜ ਕਰਨਾ ਹੁੰਦਾ ਹੈ। ਔਰ ਸੈਕ ਨੂੰ ਆਪਾਂ ਇੰਸਪੈਕਟ ਕਰਨਾ ਹੁੰਦਾ ਹੈ ਕਿ ਕੋਈ ਲੀਕੇਜ ਤਾਂ ਨਹੀਂ ਹੈ, ਕੋਈ ਇਰੈਗੂਲਰਿਟੀ ਤਾਂ ਨਹੀਂ ਹੈ, ਕੋਈ ਇਨਫੈਕਸ਼ਨ ਦੇ ਚਾਂਸਸ ਤਾਂ ਨਹੀਂ ਹੈ। ਨੈਕਸਟ ਇਹਨਾਂ ਬੱਚਿਆਂ ਵਿੱਚ ਆਪਾਂ ਹੋਰ ਕੀ ਹੈਡ ਸਰਕਮਫਰੈਂਸ ਮੋਨੀਟਰ ਕਰਨਾ ਹੁੰਦਾ ਹੈ ਰੈਗੂਲਰ, ਤੇ ਬੇਬੀ ਨੂੰ ਪ੍ਰੋਨ ਪੋਜੀਸ਼ਨ ਦੇਣੀ ਹੁੰਦੀ ਹੈ। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਸੀਗਾ? ਆਪਸ਼ਨ A। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਦ ਮੇਲ ਕਲਾਇੰਟ ਡਾਇਗਨੋਸਡ ਵਿਦ ਰੀਨਲ ਕੈਲਕੁਲਾਈ ਇਜ਼ ਐਡਮਿਟਡ ਟੂ ਦ ਮੈਡੀਕਲ ਯੂਨਿਟ, ਵਿਚ ਇੰਟਰਵੈਂਸ਼ਨ ਸ਼ੁੱਡ ਦ ਨਰਸ ਇੰਪਲੀਮੈਂਟ ਫਰਸਟ? ਆਪਸ਼ਨ A assess the client pain, option B request the client to urinate in the urinal, option C train the client urine, option D increase the client oral fluid intake। ਕੁਐਸਚਨ ਵਿੱਚ ਕੀ ਹੈ ਕਿ ਪੇਸ਼ੈਂਟ ਰੀਨਲ ਕੈਲਕੁਲਾਈ ਦਾ ਜਿਹੜਾ ਕਿ ਐਡਮਿਟ ਹੋਇਆ ਹੈ। ਸੋ ਇਹਨਾਂ ਵਿੱਚੋਂ ਕਿਹੜੀ ਆਪਸ਼ਨ ਜਾਂ ਕਿਹੜੀ ਇੰਟਰਵੈਂਸ਼ਨ ਪ੍ਰਾਇੋਰਟੀ ਹੈ ਸਾਡੀ? ਸੋ ਜਦੋਂ ਵੀ ਪ੍ਰਾਇੋਰਟੀ ਬੇਸਿਸ ਤੇ ਕੁਐਸਚਨ ਆਉਂਦਾ ਹੈ ਉਦੋਂ ਹਮੇਸ਼ਾ ਪੇਨ ਨੂੰ ਆਪਾਂ ਪ੍ਰਾਇੋਰਟੀ ਦੇਣੀ ਹੈ ਤੇ ਪੇਨ ਦੀ ਅਸੈਸਮੈਂਟ, ਠੀਕ ਹੈ। ਸਾਡਾ ਇਸ ਕੁਐਸਚਨ 'ਚ ਰਾਈਟ ਆਨਸਰ ਕੀ ਹੋਇਆ? ਅਸੈਸ ਦਾ ਕਲਾਇੰਟ ਪੇਨ, ਆਪਸ਼ਨ A ਇਜ਼ ਰਾਈਟ ਆਨਸਰ। ਕਈ ਵਾਰ ਐਗਜ਼ਾਮੀਨਰ ਨੇ ਤੁਹਾਨੂੰ ਕੁਐਸਚਨ ਵਿੱਚ ਅਸੈਸਮੈਂਟ ਨਹੀਂ ਦਿੱਤਾ ਹੁੰਦਾ ਕਿ ਅਸੈਸ ਦਾ ਕਲਾਇੰਟ ਪੇਨ, ਜਾਂ ਉਸਨੇ ਆਪਸ਼ਨ ਦਿੱਤੀ ਹੁੰਦੀ ਹੈ ਕਿ ਐਡਮਿਨਿਸਟਰਡ ਪੇਨ ਮੈਡੀਕੇਸ਼ਨ। ਸੋ ਆਪਾਂ ਪੇਨ ਨੂੰ ਫਰਸਟ ਪ੍ਰਾਇੋਰਟੀ ਦੇਣੀ ਹੈ। ਜਿਹੜੀਆਂ ਕਿ ਨੈਕਸਟ ਆਪਸ਼ਨਸ ਨੇ ਜਿਵੇਂ ਕਿ ਰਿਕੁਐਸਟ ਦਾ ਕਲਾਇੰਟ ਟੂ ਯੂਰੀਨੇਟ ਇਨ ਦਾ ਯੂਰੀਨਲ, ਸਟ੍ਰੇਨ ਦਾ ਕਲਾਇੰਟ ਯੂਰਿਨ, ਇਨਕਰੀਜ਼ ਦਾ ਕਲਾਇੰਟ ਓਰਲ ਫਲੂਇਡ ਇਨਟੇਕ, ਇਹ ਵੀ ਇੰਟਰਵੈਂਸ਼ਨ ਆਪਾਂ ਯੂਜ਼ ਕਰਾਂਗੇ ਬਟ ਇਹ ਪ੍ਰਾਇੋਰਟੀ ਇੰਟਰਵੈਂਸ਼ਨ ਨਹੀਂ ਹੈ ਕਿਉਂਕਿ ਜਦੋਂ ਵੀ ਪੇਸ਼ੈਂਟ ਪੇਨ 'ਚ ਹੋਏਗਾ ਉਹ ਤੁਹਾਡੀ ਅਦਰ ਜੋ ਇੰਟਰਵੈਂਸ਼ਨਸ ਹੈ ਉਹ ਨਹੀਂ ਫੋਲੋ ਕਰ ਪਾਏਗਾ। ਸੋ ਸਾਡੀ ਫਰਸਟ ਆਪਸ਼ਨ ਇਜ਼
ਰਾਈਟ ਆਨਸਰ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਦ ਨਰਸ ਇਜ਼ ਟਾਕਿੰਗ ਵਿਦ ਦ ਕਲਾਇੰਟ abruptly says to the nurse, the moon is full, astronaut walk on the moon, walking is good health habit. The client's behavior is most likely indicate which of the following? Option A neologism, option B word salad, option C dissociation, option D flight of idea। एक पेशेंट जो नर्स ਨਾਲ ਗੱਲ ਕਰ ਰਿਹਾ ਹੈ ਕੀ ਬੋਲ ਰਿਹਾ ਹੈ ਕਿ ਮੂਨ ਫੁੱਲ ਹੈ, ਐਸਟਰੋਨੌਟ ਵਾਕ ਕਰਦੇ ਨੇ ਮੂਨ ਤੇ ਵਾਕਿੰਗ ਇਜ਼ ਗੁੱਡ ਹੈਲਥ ਹੈਬਿਟ। ਇਸ ਵਿੱਚ ਪੇਸ਼ੈਂਟ क्या कर रहा है कि क्विकली जंप कर रहा है एक आइडिया तो दूसरे आइडिया, बट ਇਹਨਾਂ ਚ ਸਲਾਈਟ ਜੋ ਕਨੈਕਸ਼ਨ ਹੈ ਜਿਵੇਂ ਕਿ ਮੂਨ ਇਜ਼ ਫੁੱਲ, ਦੈਨ ਉਹ ਮੂਨ ਤੇ ਗੱਲ ਕਰ ਰਿਹਾ ਕਿ ਐਸਟਰੋਨੌਟ ਵਾਕ ਕਰ ਰਹੇ ਨੇ, ਦੈਨ ਉਸਨੇ ਵਾਕ ਦੀ ਗੱਲ ਕਰੀ ਹੈ ਤੇ ਵਾਕਿੰਗ ਇਜ਼ ਅ ਗੁੱਡ ਹੈਲਥ ਹੈਬਿਟ। ਥੋੜਾ ਬਹੁਤ ਕਨੈਕਸ਼ਨ ਹੈ, ਸੋ ਇਸ ਨੂੰ ਆਪਾਂ ਕੀ ਬੋਲਦੇ ਆ? ਇਸ ਨੂੰ ਆਪਾਂ ਫਲਾਈਟ ਆਫ ਆਈਡੀਆ ਬੋਲਦੇ ਆ। ਇੱਕ ਆਈਡੀਆ ਤੋਂ ਜੰਪ ਕਰਕੇ ਦੂਸਰੇ ਆਈਡੀਆ ਤੇ ਪੇਸ਼ੈਂਟ ਕੁਇਕਲੀ ਜਾ ਰਿਹਾ ਹੈ। ਸੋ ਰਾਈਟ ਆਪਸ਼ਨ ਇਜ਼ ਆਪਸ਼ਨ ਡੀ ਫਲਾਈਟ ਆਫ ਆਈਡੀਆ। ਤੇ ਬਾਕੀ ਅਦਰ ਆਪਸ਼ਨ ਵੀ ਡਿਸਕਸ ਕਰਦੇ ਆ। ਨਿਓਲੋਗਿਜ਼ਮ ਚ ਕੀ ਹੁੰਦਾ ਹੈ ਕਿ ਨਿਊ ਵਰਡ ਜਾਂ ਐਕਸਪ੍ਰੈਸ਼ਨ ਪੇਸ਼ੈਂਟ ਸ਼ੋ ਕਰਦਾ ਹੈ ਜਿਹੜੇ ਕਿ ਉਸਦੇ ਲਈ ਮੀਨਿੰਗ ਰੱਖਦੇ ਨੇ, ਬਟ ਜੋ ਅਦਰ ਪਰਸਨਸ ਨੇ ਜਾਂ ਅਦਰ ਪੀਪਲ ਨੇ ਉਹਨਾਂ ਲਈ ਉਹ ਮੀਨਿੰਗਲੈਸ ਹੁੰਦੇ ਨੇ। ਸੋ ਪੇਸ਼ੈਂਟ ਆਪਣਾ ਹੀ ਕੋਈ ਨਿਊ ਵਰਡ ਡਿਸਕ੍ਰਾਈਬ ਕਰਦਾ ਹੈ। ਨੈਕਸਟ ਵਰਡ ਸੈਲਡ ਚ ਕੀ ਹੁੰਦਾ ਹੈ ਕਿ ਮਿਕਸਚਰ ਆਫ ਵਰਡਸ ਹੁੰਦੇ ਨੇ, ਕਿ ਮਿਕਸ ਕਰਦਾ ਉਹ ਸਾਰੇ ਵਰਡਸ ਨੂੰ, ਜਿਵੇਂ ਕੁਝ ਵੀ ਬੋਲੇਗਾ ਬੈਗ, ਸਟੇਨ, ਪਰਪਲ, ਵੈਕਿਊਮ, ਕੁਝ ਵੀ। ਡਿਸੋਸੀਏਸ਼ਨ ਚ ਕੀ ਹੈ ਕਿ ਪੇਸ਼ੈਂਟ ਦੀ ਡਿਸਕਨੈਕਟ ਹੋ ਜਾਂਦਾ ਹੈ ਵਨ ਥੋਟ ਟੂ ਅਨਦਰ ਫੀਲਿੰਗ ਔਰ ਮੂਵਮੈਂਟ। ਇਸ ਵਿੱਚ ਕੀ ਹੈ ਕਿ ਪੇਸ਼ੈਂਟ ਰਿਐਲਿਟੀ ਤੋਂ ਡਿਸਕਨੈਕਟ ਹੈ, ਠੀਕ ਹੈ। ਉਹ ਡੇ ਡ੍ਰੀਮਿੰਗ ਕਰੇਗਾ ਜਾਂ ਜਿਵੇਂ ਕੋਈ ਬੁੱਕ ਪੜ੍ਹ ਰਿਹਾ ਜਾਂ ਕੋਈ ਮੂਵੀ ਦੇਖ ਰਿਹਾ, ਉਹ ਉਸ ਵਿੱਚ ਹੀ ਲੌਸਟ ਹੋ ਗਿਆ। ਸੋ ਅਕੋਰਡਿੰਗ ਟੂ ਕੁਐਸਚਨ ਸਾਡਾ ਕਿਹੜਾ ਆਨਸਰ ਰਾਈਟ ਹੋਇਆ? ਆਪਸ਼ਨ ਡੀ ਫਲਾਈਟ ਆਫ ਆਈਡੀਆ। ਨੈਕਸਟ ਕੁਐਸਚਨ ਹੈ ਵਿਚ ਸਟੇਟਮੈਂਟ ਬੈਸਟ ਡਿਸਕ੍ਰਾਈਬ ਦ ਮੈਟਾਬੋਲਿਕ ਫੰਕਸ਼ਨ ਆਫ ਲੀਵਰ? ਆਪਸ਼ਨ ਏ detoxification of endogenous and exogenous substances, option B fluid volume control and acid base balance, option C erythrocyte and leukocyte breakdown, option D concentration and storage of bile। ਸੋ ਇਹਨਾਂ ਵਿੱਚੋਂ ਕਿਹੜਾ ਲੀਵਰ ਦਾ ਮੇਨ ਫੰਕਸ਼ਨ ਹੈ? ਸੋ ਲੀਵਰ ਦਾ ਮੇਨ ਫੰਕਸ਼ਨ ਹੈ ਆਪਸ਼ਨ ਏ detoxification of exogenous and endogenous substances। ਜਿਹੜੀ ਅਦਰ ਆਪਸ਼ਨ ਨੇ ਜਿਵੇਂ fluid volume control and acid base balance, ਇਹ ਕੌਣ ਕਰਦਾ ਹੈ? ਇਹ ਕਿਡਨੀ ਕਰਦੀ ਹੈ। erythrocyte and leukocyte breakdown ਕੌਣ ਕਰਦਾ ਹੈ? ਇਹ ਤਿੰਨੋਂ ਜਗ੍ਹਾ ਤੇ ਹੁੰਦੀ ਹੈ, ਲੀਵਰ ਤੇ, ਸਪਲੀਨ ਤੇ, ਬੋਨ ਮੈਰੋ ਤੇ। ਤੇ ਨੈਕਸਟ ਕੀ ਹੈ? ਕੰਸੈਂਟ੍ਰੇਸ਼ਨ ਐਂਡ ਸਟੋਰੇਜ ਆਫ ਬਾਈਲ। ਸਾਨੂੰ ਪਤਾ ਹੋਣਾ ਚਾਹੀਦਾ ਲੀਵਰ ਹੈ ਉਹ ਬਾਈਲ ਪ੍ਰੋਡਿਊਸ ਕਰਦਾ ਹੈ, ਬਟ ਸਟੋਰੇਜ ਗੋਲ ਬਲੈਡਰ ਚ ਹੁੰਦੀ ਹੈ। ਸੋ ਇਹ ਵੀ ਆਪਸ਼ਨ ਸਾਡੀ ਰੋਂਗ ਹੋਏਗੀ। ਸੋ ਸਾਡੀ ਫਰਸਟ ਜੋ ਏ ਆਪਸ਼ਨ ਹੈ ਉਹ ਰਾਈਟ ਹੈ, ਡਿਟੌਕਸੀਫਿਕੇਸ਼ਨ ਆਫ ਐਂਡੋਜੀਨਸ ਐਂਡ ਐਗਜ਼ੋਜੀਨਸ ਸਬਸਟੈਂसेस। ਸੋ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਦ ਪੇਸ਼ੈਂਟ ਇਜ਼ ਐਕਸਪੀਰੀਐਂਸਿੰਗ ਪੈਰਾਨੋਇਡ ਬਿਹੇਵੀਅਰ, believes that the drugs are poisonous and does not want to take them. Which of the following intervention should the nurse include in patient plan of care? Option A administer the drug intravenously if the patient refuses to take them orally. Option B tell the patient that taking the drug is a part of treatment. Option C restrict the patient to the room until the patient agree to take the drugs. Option D inform the patient that the doctor ordered the drug and they are necessary। ਇਹ ਕੁਐਸਚਨ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੋਇਆ ਸੀ। ਪੈਰਾਨੋਇਡ ਬਿਹੇਵੀਅਰ ਚ ਕੀ ਹੁੰਦਾ ਹੈ ਕਿ ਪੇਸ਼ੈਂਟ ਨੂੰ ਸਸਪੀਸ਼ੀਅਸਨੈਸ ਹੁੰਦੀ ਹੈ, ਪੇਸ਼ੈਂਟ ਨੂੰ ਲੱਗ ਰਿਹਾ ਕਿ ਜੋ ਡਰੱਗਸ ਹੈ ਪੋਇਜ਼ਨਸ ਹੈ ਤੇ ਉਹਨਾਂ ਨੂੰ ਉਹ ਲੈਣਾ ਨਹੀਂ ਚਾਹ ਰਿਹਾ। ਸੋ ਸਾਡਾ ਬੈਸਟ ਰਿਸਪੌਂਸ ਕੀ ਹੋਏਗਾ ਕਿ ਪੇਸ਼ੈਂਟ ਨੂੰ ਟ੍ਰੀਟਮੈਂਟ ਪਲਾਨ ਚ ਇਨਵੋਲਵ ਕਰਨਾ ਹੈ, ਉਸ ਨੂੰ ਦੱਸਣਾ ਹੈ ਕਿ ਇਹ ਜੋ ਡਰੱਗਸ ਹੈ ਟ੍ਰੀਟਮੈਂਟ ਪਲਾਨ ਦਾ ਹੀ ਪਾਰਟ ਨੇ। ਸੋ ਸਾਡੀ ਕਿਹੜੀ ਆਪਸ਼ਨ ਰਾਈਟ ਹੋਈ? ਆਪਸ਼ਨ ਬੀ। ਸੋ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਟੈਲ ਦ ਪੇਸ਼ੈਂਟ ਦੈਟ ਟੇਕਿੰਗ ਡਰੱਗਸ ਇਜ਼ ਅ ਪਾਰਟ ਆਫ ਟ੍ਰੀਟਮੈਂਟ। ਜਿਵੇਂ ਕਿ ਆਪਸ਼ਨ ਏ ਹੈ ਐਡਮਿਨਿਸਟਰ ਦਾ ਡਰੱਗ ਇੰਟਰਾਵੀਨਸਲੀ, ਇਹ ਆਪਾਂ ਨਹੀਂ ਕਰ ਸਕਦੇ ਕਿਉਂਕਿ ਜੋ ਡਰੱਗਸ ਹੈ ਉਹਨਾਂ ਦਾ ਇੱਕ ਸਪੈਸੀਫਿਕ ਰੂਟ ਹੁੰਦਾ ਹੈ, ਜਾਂ ਤਾਂ ਓਰਲ ਹੋਏਗੀ ਜਾਂ ਇੰਟਰਾਵੀਨਸ ਹੋਏਗੀ ਤੇ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਦੇ ਅਕੋਰਡਿੰਗ ਆਪਾਂ ਮੈਡੀਸਿਨ ਦੇਣੀ ਹੁੰਦੀ ਹੈ। ਨੈਕਸਟ ਕੀ ਹੈ? ਰਿਸਟ੍ਰਿਕਟ ਦਾ ਪੇਸ਼ੈਂਟ ਟੂ ਦਾ ਰੂਮ ਅੰਟਿਲ ਦਾ ਪੇਸ਼ੈਂਟ ਐਗਰੀ ਟੂ ਟੇਕ ਦਾ ਡਰੱਗ। ਜਦੋਂ ਆਪਾਂ ਪੇਸ਼ੈਂਟ ਨੂੰ ਰਿਸਟ੍ਰਿਕਟ ਕਰਾਂਗੇ ਰੂਮ 'ਚ, ਠੀਕ ਹੈ, ਤਾਂ ਉਸ ਨਾਲ ਕੀ ਹੋਏਗਾ? ਪੇਸ਼ੈਂਟ ਦੀ ਸਸਪੀਸ਼ੀਅਸਨੈਸ ਹੋਰ ਇਨਕਰੀਜ਼ ਹੋਏਗੀ, ਠੀਕ ਹੈ, ਫਿਰ ਉਹ ਡਰੱਗਸ ਬਿਲਕੁਲ ਹੀ ਨਹੀਂ ਲਏਗਾ। ਜਿਹੜੀ ਨੈਕਸਟ ਆਪਸ਼ਨ ਹੈ ਇਨਫੋਰਮ ਦਾ ਪੇਸ਼ੈਂਟ ਦਾ ਡਾਕਟਰ ਆਰਡਰ ਦਾ ਡਰੱਗ ਐਂਡ ਦੇ ਆਰ ਨੈਸੈਸਰੀ। ਸੋ ਇਨਐਪਰੋਪ੍ਰੀਏਟ ਹੈ, ਪੇਸ਼ੈਂਟ ਉਸ ਨੂੰ ਮੰਨੇਗਾ ਹੀ ਨਹੀਂ। ਸਾਡਾ ਬੈਸਟ ਰਿਸਪੌਂਸ ਕੀ ਹੋਏਗਾ ਕਿ ਪੇਸ਼ੈਂਟ ਨੂੰ ਦੱਸਣਾ ਹੈ ਕਿ ਐਕਸਪਲੇਨ ਕਰਨਾ ਹੈ ਕਿ ਇਹ ਟ੍ਰੀਟਮੈਂਟ ਦਾ ਪਾਰਟ ਹੈ, ਠੀਕ ਹੈ, ਤੇ ਇਹ ਡਰੱਗਸ ਪੋਇਜ਼ਨਸ ਨਹੀਂ ਨੇ ਤੇ ਆਪਾਂ ਪੇਸ਼ੈਂਟ ਨੂੰ ਇਨਵੋਲਵ ਕਰਨਾ ਹੈ। ਜਿੰਨਾ ਆਪਾਂ ਪੇਸ਼ੈਂਟ ਨੂੰ ਇਨਵੋਲਵ ਕਰਾਂਗੇ ਟ੍ਰੀਟਮੈਂਟ ਵਿੱਚ, ਉਹਨਾਂ ਪੇਸ਼ੈਂਟ ਦੀ ਸਸਪੀਸ਼ੀਅਸਨੈਸ ਘੱਟ ਹੋਏਗੀ। ਸੋ ਰਾਈਟ ਆਪਸ਼ਨ ਇਜ਼ ਆਪਸ਼ਨ ਬੀ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਹਾਊ ਹੈਵ ਦ ਕੋਡ ਆਫ ਨਰਸਿੰਗ ਐਥਿਕਸ ਚੇਂਜ ਫਰੋਮ ਦ अर्ली to later part of 20th century? Option A earlier codes stated that nurses were obligated to carry out physician's order. Current code states nurses obligation to client and general public. Option B earlier codes stressed nurses obligation to client and general public. Current codes stress nurses obligation to physician. Next है earlier codes counsel nurses always to remain loyal to their colleagues and later codes dropped this counsel. Next है earlier code made no clear
clear ethical demand on the nurses. Later code incorporated expectation that the nurses would act ethically and make sure that other were acting ethically as well. Codes ਕੀ ਹੈ, code of ethics ਕੀ ਨੇ, principles ਨੇ ਜੋ ਆਪਾਂ nurses ਨੇ use ਕਰਨੇ ਹੁੰਦੇ ਨੇ। ਸੋ ਆਪਾਂ ਇਹ principle ਪਹਿਲਾਂ ਵੀ ਪੜ੍ਹੇ ਨੇ, ਜਿਵੇਂ autonomy, beneficence, justice, non maleficence, fidelity, veracity। ਸੋ ਜੋ previous codes ਨੇ ਉਹਨਾਂ ਨੂੰ change ਕਰਕੇ ਇਹ code use ਹੋਏ ਸੀ। ਸੋ ਇਹਨਾਂ ਦਾ best focus ਕੀ ਹੈ ਕਿ patients ਤੇ public ਤੇ focus ਸੀਗਾ, ਠੀਕ ਹੈ। ਸੋ ਸਾਡੀ ਕਿਹੜੀ ਆਪਸ਼ਨ ਰਾਈਟ ਹੋਏਗੀ? ਆਪਸ਼ਨ ਏ। ਜੋ ਅਰਲੀਅਰ ਕੋਡ ਸੀਗੇ ਉਹਨਾਂ ਵਿੱਚ ਕੀ ਸੀਗਾ ਕਿ ਨਰਸਿਸ ਨੇ ਫਿਜ਼ੀਸ਼ੀਅਨ ਦੇ ਆਰਡਰ ਕੈਰੀ ਆਊਟ ਕਰਨੇ ਆ। ਨੈਕਸਟ ਜਿਹੜੇ ਹੁਣ ਵਾਲੇ ਕੋਡਸ ਨੇ ਉਹਨਾਂ ਵਿੱਚ ਆਪਾਂ ਕਲਾਇੰਟਸ ਤੇ ਜਨਰਲ ਪਬਲਿਕ ਤੇ ਸਟ੍ਰੈਸ ਕਰਨਾ ਹੈ, ਠੀਕ ਹੈ, ਉਹਨਾਂ ਨੂੰ ਇੰਪੋਰਟੈਂਸ ਦੇਣੀ ਹੈ। ਆਟੋਨੋਮੀ ਦਾ ਖਿਆਲ ਰੱਖਣਾ ਹੈ, ਪੇਸ਼ੈਂਟ ਦਾ ਬੈਨੀਫਿਟਸ ਦੱਸਣੇ ਨੇ, ਪੇਸ਼ੈਂਟ ਦੇ ਬੈਨੀਫਿਟ ਵਾਸਤੇ ਕੰਮ ਕਰਨਾ ਹੈ, ਜਸਟਿਸ ਕਰਨਾ ਹੈ, ਫੇਅਰ ਟ੍ਰੀਟਮੈਂਟ ਦੇਣਾ ਹੈ ਪੇਸ਼ੈਂਟ ਨੂੰ, ਠੀਕ ਹੈ, ਓਨੈਸਟ ਰਹਿਣਾ ਹੈ ਪੇਸ਼ੈਂਟ ਨਾਲ, ਠੀਕ ਹੈ, ਜਿਵੇਂ ਕਿ ਵੈਰਾਸਿਟੀ ਹੈ, ਐਂਡ ਫੇਥਫੁਲ ਰਹਿਣਾ ਹੈ। ਸੋ ਸਾਡਾ ਰਾਈਟ ਆਪਸ਼ਨ ਹੈ ਆਪਸ਼ਨ ਏ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। Nurses monitoring the contraction of a woman in labor. A contraction is recorded as beginning at 10 a.m. ending at 10:01 in the morning. So and another begin at 10:15 a.m. The nurse recognized that the frequency of contraction is option A 15 minute, option B 9 minute, option C 14 minute, option D 10 minutes. So frequency ਕੀ ਹੁੰਦੀ ਹੈ ਕਿ ਇੱਕ contraction ਤੋਂ ਦੂਸਰੀ contraction ਦੇ ਵਿੱਚ ਦਾ ਜੋ ਟਾਈਮ ਹੈ ਕਿ ਕਿੰਨੇ ਦੇਰ ਬਾਅਦ contraction ਆ ਰਹੀ ਹੈ। ਅਕੋਰਡਿੰਗ ਟੂ ਕੁਐਸਚਨ ਜੋ ਪੇਸ਼ੈਂਟ ਦੀ ਕੰਟਰੈਕਸ਼ਨ ਹੈ ਉਹ 10 ਵਜੇ ਪਹਿਲੀ ਕੰਟਰੈਕਸ਼ਨ ਹੋਈ ਸੀ ਤੇ ਨੈਕਸਟ ਕੰਟਰੈਕਸ਼ਨ ਕਿੰਨੇ ਵਜੇ ਹੋ ਰਹੀ ਹੈ? 10:15 ਤੇ। ਸੋ ਟੋਟਲ ਡਿਊਰੇਸ਼ਨ ਕਿੰਨੀ ਹੋਈ? 15 ਮਿੰਟ। ਸੋ ਸਾਡੀ ਰਾਈਟ ਆਪਸ਼ਨ ਹੈ ਆਪਸ਼ਨ ਏ 15 ਮਿੰਟ। ਸੋ ਫ੍ਰੀਕੁਐਂਸੀ ਹੈ 15 ਮਿੰਟ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਇਨ ਅਸੈਸਿੰਗ ਦਾ ਕਲਾਇੰਟ ਰਿਸੀਵਿੰਗ ਵਿਚ ਆਫ ਦਾ ਫੋਲੋਇੰਗ ਵੁੱਡ ਰਿਕੁਆਇਰ ਇਵੈਲੂਏਸ਼ਨ? ਆਪਸ਼ਨ ਏ dry mucous membrane, option B complaint of fatigue, option C large area of ecchymosis in various site of the body, option D hair loss on the scalp। so ਇਹਨਾਂ ਵਿੱਚੋਂ ਕਿਹੜੀ ਆਪਸ਼ਨ ਸਾਡੀ ਰਾਈਟ ਹੈ? ਜਦੋਂ ਵੀ ਪੇਸ਼ੈਂਟ ਦੀ ਆਪਾਂ ਅਸੈਸਮੈਂਟ ਕਰਨੀ ਹੈ, ਜੋ dry mucous membrane ਹੈ, fatigue ਹੈ ਜਾਂ hair loss ਹੈ, ਇਹ ਸਾਡੀ ਪ੍ਰਾਇੋਰਟੀ ਨਹੀਂ ਹੈ। ਸੋ ਆਪਾਂ large area of ecchymosis ਆਪਾਂ ਨੋਟ ਕਰਨਾ ਹੈ, ਕਿਉਂਕਿ ਇਹ ਕੀ ਇੰਡੀਕੇਟ ਕਰਦਾ ਹੈ? ecchymosis ਕੀ ਹੈ? discoloration of skin, ਜਿਹੜੀ ਕਿ ਇੰਡੀਕੇਟ ਕਰਦੀ ਹੈ ਕਿ ਬਲੀਡਿੰਗ ਹੋ ਰਹੀ ਹੈ ਅੰਡਰਨੀਥ ਦਾ skin। bruises ਜਾਂ ecchymosis ਸਾਡੀ ਜ਼ਰੂਰੀ ਅਸੈਸਮੈਂਟ ਹੈ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। A 7-month old child has been diagnosed with cerebral palsy. Which nurse the assess following as a consistent sign and symptom with the diagnosis? Positive grasp reflex, option B harlequin sign, option C pigeon chest, option D circummoral cyanosis। ਸਾਡੇ ਕੋਲ ਕੁਐਸਚਨ ਕੀ ਹੈ ਕਿ 7 ਮੰਥ ਦਾ ਬੱਚਾ ਹੈ, 7 ਮੰਥ ਦਾ ਬੱਚਾ ਹੈ ਤੇ ਜਿਸ ਨੂੰ ਸੈਰੀਬਰਲ ਪਾਲਸੀ ਹੈ। ਸੈਰੀਬਰਲ ਪਾਲਸੀ ਵਿੱਚ ਕੀ ਹੁੰਦਾ ਹੈ ਕਿ ਗਰੁੱਪ ਆਫ ਡਿਸਆਰਡਰ ਹੈ ਜਿਸ ਵਿੱਚ ਕੀ ਹੁੰਦਾ ਹੈ ਕਿ ਪਰਸਨ ਦੀ ਐਬਿਲਿਟੀ ਟੂ ਮੂਵ ਐਂਡ ਮੇਨਟੇਨ ਬੈਲੈਂਸ ਐਂਡ ਪੋਸਚਰ ਜੋ ਡਿਸਟਰਬ ਹੁੰਦੀ ਹੈ। ਇਸ ਵਿੱਚ ਆਪਾਂ ਕਿਹੜਾ ਸਾਈਨ ਦੇਖਾਂਗੇ? ਸਾਡੇ ਕੋਲ ਆਪਸ਼ਨ ਵਿੱਚ ਕੀ ਹੈ? ਪੋਜ਼ਿਟਿਵ ਗ੍ਰਾਸਪ ਰਿਫਲੈਕਸ। ਇਸ ਵਿੱਚ ਕੀ ਹੁੰਦਾ ਹੈ ਕਿ ਆਪਾਂ ਬੇਬੀ ਦੇ ਬੇਸ ਆਫ ਫਿੰਗਰ ਹੈ ਉੱਥੇ ਸਟਿਮੂਲੇਸ਼ਨ ਦਿੰਦੇ ਹਾਂ ਜਾਂ ਆਪਾਂ ਆਪਣੀ ਫਿੰਗਰ ਪਲੇਸ ਕਰਦੇ ਹਾਂ ਜਾਂ ਪੈਨ ਰੱਖਦੇ ਹਾਂ, ਜਿਸ ਨਾਲ ਕੀ ਹੁੰਦਾ ਹੈ ਕਿ ਬੇਬੀ ਉਹ ਆਬਜੈਕਟ ਜਾਂ ਫਿੰਗਰ ਨੂੰ ਗ੍ਰਾਸਪ ਕਰਨ ਦੀ ਕੋਸ਼ਿਸ਼ ਕਰਦਾ ਹੈ। ਬਟ ਜਿਹੜਾ ਇਹ ਰਿਫਲੈਕਸ ਹੈ ਇਹ ਡਿਸਅਪੀਅਰ ਹੋ ਜਾਂਦਾ ਹੈ 3 to 4 ਮੰਥ। ਬਟ ਸਾਡੇ ਕੋਲ ਕੁਐਸਚਨ 'ਚ ਕੀ ਇਨਫੋਰਮੇਸ਼ਨ ਦਿੱਤੀ ਹੈ ਕਿ 7 ਮੰਥ ਦਾ ਬੇਬੀ ਹੈ। ਸੋ ਪੋਜ਼ਿਟਿਵ ਗ੍ਰਾਸਪ ਰਿਫਲੈਕਸ ਕੀ ਸ਼ੋ ਕਰ ਰਿਹਾ ਐਟ ਦ ਏਜ ਆਫ 7 ਮੰਥ ਕਿ ਬੇਬੀ ਨੂੰ ਸੈਰੀਬਰਲ ਪੈਲਸੀ ਹੈ। ਸੋ ਰਾਈਟ ਆਨਸਰ ਇਜ਼ ਆਪਸ਼ਨ ਏ। ਹੁਣ ਆਪਾਂ ਅਦਰ ਆਪਸ਼ਨ ਵੀ ਡਿਸਕਸ ਕਰ ਲੈਂਦੇ ਆ। ਹਾਰਲੀਕਨ ਸਾਈਨ ਚ ਕੀ ਹੁੰਦਾ ਹੈ ਕਿ ਬੇਬੀ ਦਾ ਜੋ ਹਾਫ ਪਾਰਟ ਆਫ ਬੋਡੀ ਹੈ ਉਸ ਚ ਅਰੀਥੀਮਾ ਹੁੰਦਾ ਹੈ ਤੇ ਜਿਹੜਾ ਅਦਰ ਹਾਫ ਆਫ ਬੋਡੀ ਹੈ ਉਸ ਚ ਪੇਲਰ ਹੁੰਦਾ ਹੈ। 10% ਬੇਬੀਜ਼ ਨੂੰ ਨਾਰਮਲ ਨਿਊਬੋਰਨਸ ਨੂੰ ਹੋ ਸਕਦਾ ਹੈ। ਨੈਕਸਟ ਕੀ ਹੈ ਆਪਸ਼ਨ? ਪਿਜਨ ਚੈਸਟ। ਪਿਜਨ ਚੈਸਟ ਜਿਹੜੀ ਪ੍ਰੋਬਲਮ ਇੰਡੀਕੇਟ ਕਰਦੀ ਹੈ? ਪਿਜਨ ਚੈਸਟ ਰਿਕੇਟਸ ਇੰਡੀਕੇਟ ਕਰਦੀ ਹੈ। ਸੋ ਨੈਕਸਟ ਕੀ ਹੈ? ਸਰਕਮੋਰਲ ਸਾਈਨੋਸਿਸ ਕੀ ਹੁੰਦਾ ਹੈ ਕਿ ਜੋ ਬੱਚੇ ਦਾ ਮਾਊਥ ਤੇ ਲਿਪਸ ਹੈ ਸਿਰਫ ਉਹੀ ਬਲੂ ਨੇ, ਉਹੀ ਸਾਈਨੋਜ਼ ਨੇ। ਮੀਨਸ ਇਹ ਨਾਰਮਲੀ ਨਿਊਬੋਰਨਸ ਚ ਹੋ ਜਾਂਦਾ ਹੈ, ਜਿਹੜਾ ਕਿ ਕੀ ਇੰਡੀਕੇਟ ਕਰਦਾ ਹੈ ਕਿ ਕੋਲਡ ਟੈਂਪਰੇਚਰ, ਮੀਨਸ ਬੇਬੀ ਦੀ ਥਰਮੋਰੈਗੂਲੇਸ਼ਨ ਨਹੀਂ ਹੋਈ ਹੈ। ਸੋ ਆਊਟਰ এনवायरमेंट ਨੂੰ ਬੇਬੀ ਅਡੈਪਟ ਨਹੀਂ ਕਰ ਪਾਇਆ ਹੈ। ਅਕੋਰਡਿੰਗ ਟੂ ਕੁਐਸਚਨ 7 ਮੰਥ ਦਾ ਬੱਚਾ ਜਿਹੜਾ ਉਸ ਨੂੰ ਸੈਰੀਬਰਲ ਪਾਲਸੀ ਹੈ ਤਾਂ ਉਹ ਕਿਵੇਂ ਪਤਾ ਲੱਗੇਗੀ ਸਾਨੂੰ? ਪੋਜ਼ਿਟਿਵ ਗ੍ਰਾਸਪ ਰਿਫਲੈਕਸ। ਸੋ ਆਪਸ਼ਨ ਏ ਇਜ਼ ਰਾਈਟ ਆਨਸਰ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਵਿਚ ਆਫ ਦਾ ਫੋਲੋਇੰਗ ਇਜ਼ ਪ੍ਰਾਇੋਰਟੀ ਫॉर द ਨਰਸ ਟੂ ਇਨਕਲੂਡ ਇਨ द टीचिंग plan of client with bacterial conjunctivitis? Option A instruct the client to avoid rubbing the eyes, option
option B, apply hot moist compresses to the adherent crust on the eye. Option C, stress the importance of hand washing. Option D, instruct the client to avoid sharing towels. Conjunctivitis है कि inflammation of conjunctiva, ਜਿਹੜਾ ਕਿ most common ਕਿਵੇਂ ਫੈਲਦਾ ਹੈ, hand to eye contact ਦੇ ਨਾਲ ਜਾਂ person to person। ਸਾਡੀ ਇਹਨਾਂ ਵਿੱਚੋਂ ਕਿਹੜੀ best option ਹੋਏਗੀ? ਆਪਾਂ ਕਿਸ ਚੀਜ਼ ਤੇ stress ਕਰਾਂਗੇ? ਕਿਉਂਕਿ hand to eye contact ਹੈ ਤਾਂ ਸਾਡੀ option C right ਹੋਏਗੀ, stress the importance of hand washing। ਠੀਕ ਹੈ, ਸੋ ਅਦਰ ਆਪਸ਼ਨ ਵੀ ਇੰਪੋਰਟੈਂਟ ਨੇ ਤੇ ਜਿਹੜੀ B ਆਪਸ਼ਨ ਆ ਉਹ ਆਪਾਂ ਨਹੀਂ ਕਰਾਂਗੇ। ਹੌਟ ਮੋਇਸਟ ਕੰਪਰੈਸ ਆਪਾਂ ਨਹੀਂ ਲਗਾਵਾਂਗੇ ਤੇ ਬਾਕੀ ਅਵੋਇਡ ਕਰਾਂਗੇ ਸ਼ੇਅਰਿੰਗ ਟਾਵਲ ਤੇ ਰਬਿੰਗ ਅਵੋਇਡ ਕਰਾਂਗੇ। ਬਟ ਜੋ ਸਾਡੀ ਬੈਸਟ ਇੰਟਰਵੈਂਸ਼ਨ ਹੈ ਟੂ ਪ੍ਰੀਵੈਂਟ ਕੰਜਕਟਿਵਾਈਟਿਸ ਉਹ ਹੈ ਹੈਂਡ ਵਾਸ਼ਿੰਗ। ਸੋ ਇੰਪੋਰਟੈਂਸ ਆਫ ਹੈਂਡ ਵਾਸ਼ਿੰਗ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਦ ਲੀਡਿੰਗ ਕਾਜ਼ ਆਫ ਡਾਇਰੀਅਲ ਡਿਜ਼ੀਜ਼ ਇਨ ਚਾਈਲਡਹੁੱਡ ਇਜ਼ ਵਿਚ ਆਫ ਦ ਫੋਲੋਇੰਗ? ਆਪਸ਼ਨ A, ਈਕੋਲਾਈ। ਆਪਸ਼ਨ B, ਸਾਲਮੋਨੇਲਾ। ਆਪਸ਼ਨ C, ਰੋਟਾਵਾਇਰਸ। ਆਪਸ਼ਨ D, ਕੈਂਪਾਈਲੋਬੈਕਟਰ ਜੂਜੀਨਾਈ। ਜੋ ਬੱਚਿਆਂ ਵਿੱਚ ਡਾਇਰੀਆ ਦਾ ਮੇਨ ਕੋਜ਼ਟਿਵ ਏਜੰਟ ਕਿਹੜਾ ਹੈ? ਆਪਸ਼ਨ C ਇਜ਼ ਦਾ ਰਾਈਟ ਆਂਸਰ। ਰੋਟਾਵਾਇਰਸ ਮੇਨ ਕੋਜ਼ਟਿਵ ਏਜੰਟ ਹੈ। ਜੋ ਈਕੋਲਾਈ ਹੈ ਉਹ UTI ਦਾ ਕੋਜ਼ਟਿਵ ਏਜੰਟ ਹੈ ਤੇ ਸਾਲਮੋਨੇਲਾ ਟਾਈਫਾਇਡ ਲਈ ਤੇ ਕੋਰਨੀਬੈਕਟੀਰੀਅਮ ਜੂਜੀਨਾਈ ਫੂਡ ਪੋਇਜ਼ਨਿੰਗ ਕੋਜ਼ ਕਰਦਾ ਹੈ। ਬਟ ਬੱਚਿਆਂ ਵਿੱਚ ਮੇਨਲੀ ਡਾਇਰੀਅਲ ਡਿਜ਼ੀਜ਼ ਦਾ ਕੋਜ਼ਟਿਵ ਏਜੰਟ ਹੈ ਰੋਟਾਵਾਇਰਸ। ਸੋ ਆਪਾਂ ਨੂੰ ਪਤਾ ਹੈ ਕਿ ਰੋਟਾਵਾਇਰਸ ਬਹੁਤ ਇੰਪੋਰਟੈਂਟ ਹੈ, ਕੁਐਸਚਨ ਬਹੁਤ ਵਾਰ ਐਗਜ਼ਾਮ ਵਿੱਚ ਵੀ ਪੁੱਛਿਆ ਗਿਆ ਹੈ। ਸੋ ਇਸ ਦੀ ਇਮਿਊਨਾਈਜੇਸ਼ਨ ਸ਼ਡਿਊਲ ਵਿੱਚ ਵੀ ਡੋਜ਼ਸ ਦਿੱਤੀਆਂ ਜਾਂਦੀਆਂ ਨੇ। ਸੋ ਰੋਟਾਵਾਇਰਸ ਵੈਕਸੀਨ ਦੀਆਂ ਆਪਾਂ ਕਿੰਨੀਆਂ ਡੋਜ਼ਸ ਦਿੰਦੇ ਨੇ? 3 ਡੋਜ਼ਸ ਦਿੰਦੇ ਨੇ। ਇਹਨਾਂ ਦਾ ਟਾਈਮਿੰਗ ਕੀ ਹੈ? 6 ਵੀਕ ਤੇ ਦਿੰਦੇ ਆ, 10 ਵੀਕਸ ਤੇ, ਦੈਨ 14 ਵੀਕਸ ਤੇ। ਸੋ ਟੋਟਲ 3 ਡੋਜ਼ਸ ਜਾਂਦੀਆਂ ਨੇ ਤੇ ਅਮਾਉਂਟ ਕਿੰਨੀ ਜਾਂਦੀ ਹੈ? 5 ਡ੍ਰੌਪਸ। ਰੂਟ ਕਿਹੜਾ ਹੁੰਦਾ ਹੈ? ਓਰਲ ਰੂਟ। ਇਸ ਕੁਐਸਚਨ ਦਾ ਰਾਈਟ ਆਂਸਰ ਹੈ ਰੋਟਾਵਾਇਰਸ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਦ ਇਨਫੋਰਮੇਸ਼ਨ ਰਿਕੁਆਇਰਡ ਫॉर ਐਨ ਇਨਫॉर्म्ड ਕੰਸੈਂਟ ਜਨਰਲੀ ਡਜ਼ ਨਾਟ ਇਨਕਲੂਡ ਵਿਚ ਆਫ ਦ ਫੋਲੋਇੰਗ? ਆਪਸ਼ਨ A, diagnosis and any other possible diagnosis. Option B, anticipated charges for treatment. Option C, alternative option for treatment. Option D, significant risk and benefit of recommended treatment plan. Question ਵਿੱਚ ਕੀ ਪੁੱਛਿਆ ਗਿਆ ਹੈ ਕਿ ਇਨਫੋਰਮਡ ਕੰਸੈਂਟ ਵਿੱਚ ਇਹਨਾਂ ਵਿੱਚੋਂ ਕਿਹੜੀ ਚੀਜ਼ ਨਹੀਂ ਹੁੰਦੀ। ਸੋ ਸਾਨੂੰ ਪਤਾ ਹੈ ਕਿ ਇਨਫੋਰਮਡ ਕੰਸੈਂਟ ਕੌਣ ਲੈਂਦਾ ਹੈ? ਡਾਕਟਰ ਲੈਂਦਾ ਹੈ ਤੇ ਜੋ ਨਰਸ ਹੈ ਉਹ ਵਿਟਨੈਸ ਕਰਦੀ ਹੈ। ਠੀਕ ਹੈ, ਉਸ ਵਿੱਚ ਕੀ ਕੀ ਇਨਕਲੂਡਡ ਹੁੰਦਾ ਹੈ? ਡਾਇਗਨੋਸਿਸ ਹੁੰਦੇ ਨੇ, ਅਲਟਰਨੇਟਿਵ ਟ੍ਰੀਟਮੈਂਟ ਆਪਸ਼ਨਸ ਹੁੰਦੀਆਂ ਨੇ ਤੇ ਰਿਸਕ ਔਰ ਬੈਨੀਫਿਟ ਆਪਾਂ ਪੇਸ਼ੈਂਟ ਨੂੰ ਦੱਸੇ ਹੁੰਦੇ ਨੇ। ਬਟ ਇਹਨਾਂ ਵਿੱਚੋਂ ਕਿਹੜੀ ਆਪਸ਼ਨ ਨਹੀਂ ਇਨਕਲੂਡਡ ਹੁੰਦੀ ਹੈ? ਉਹ ਹੁੰਦਾ ਹੈ ਚਾਰजेस ਆਫ ਟ੍ਰੀਟਮੈਂਟ। ਸੋ ਰਾਈਟ ਆਪਸ਼ਨ ਇਜ਼ ਆਪਸ਼ਨ B, ਐਂਟੀਸਿਪੇਟਡ ਚਾਰजेस ਆਫ ਟ੍ਰੀਟਮੈਂਟ ਕੰਸੈਂਟ ਦਾ ਪਾਰਟ ਨਹੀਂ ਹੈ। ਸੋ ਰਾਈਟ ਆਪਸ਼ਨ ਇਜ਼ ਆਪਸ਼ਨ B। तो ਇਹ ਸੀ ਅੱਜ ਦੇ ਕੁਐਸਚਨ ਜਿਹੜੇ ਕਿ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਨੇ। ਹੁਣ ਮਿਲਦੇ ਆ ਆਪਾਂ ਆਪਣੀ ਨੈਕਸਟ ਇਨਫੋਰਮੇਟਿਵ ਵੀਡੀਓ ਲਈ। ਤਦ ਤੱਕ ਲਈ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਥੈਂਕ ਯੂ।